ਕੈਨੇਡੀਅਨ ਸੈਟ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਹਾਂ ਸ਼ੀਤਲ ਠਾਕੁਰ। ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਈ ਹਾਂ। ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅਮਰੀਕਾ 8 ਅਫਰੀਕੀ ਦੇਸ਼ਾਂ ਤੋਂ ਹਟਾਏਗਾ ਯਾਤਰਾ ਪਾਬੰਦੀ। ਬਾਈਡਨ ਨੇ 2 ਹੋਰ ਜੱਜਾਂ ਨੂੰ ਕੀਤਾ ਨਾਮਜ਼ਦ। ਸ਼ਿਨਜਿਆਂਗ ਤੋਂ ਬਰਾਮਦ ਤੇ ਰੋਕ ਸੰਬੰਧੀ ਅਮਰੀਕੀ ਕਾਨੂੰਨ ਦੀ ਚੀਨ ਨੇ ਕੀਤੀ ਨਿੰਦਾ। ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਸਾਹਮਣੇ ਆਏ 9500 ਮਾਮਲੇ। ਕੈਨੇਡਾ ਨੇ 4 ਲੱਖ ਤੋਂ ਵਧੇਰੇ ਵਸਨੀਕਾਂ ਦੇ ਰਿਕਾਰਡ ਇਮੀਗ੍ਰੇਸ਼ਨ ਟੀਚੇ ਨੂੰ ਕੀਤਾ ਪਾਰ। ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੇ ਵਿੱਚ ਰਿਕਾਰਡ 5790 ਮਾਮਲੇ ਹੋਏ ਦਰਜ। 5 ਸੂਬਿਆਂ ਦੇ ਵਿੱਚ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਅਧੀਨ 1 ਲੱਖ ਘਰਾਂ ਦੀ ਉਸਾਰੀ ਨੂੰ ਮਿਲੇਗੀ ਪ੍ਰਵਾਨਗੀ। ਕੇਜਰੀਵਾਲ ਨੂੰ ਮਿਲਣ ਅੰਮ੍ਰਿਤਸਰ ਹੋਟਲ ਦੇ ਵਿੱਚ ਪਹੁੰਚੇ ਰਾਜਾ ਵੜਿੰਗ ਹੋ ਸਕਦੇ ਨੇ ਆਮੋ ਸਾਹਮਣੇ। ਜੰਮੂ ਕਸ਼ਮੀਰ ਦੇ ਸ਼ੌਂਪੀਆਂ ਦੇ ਚੌਗਾਮ ਇਲਾਕੇ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਦੇ ਵਿੱਚ 2 ਆਤੰਕਵਾਦੀ ਢੇਰ। ਕ੍ਰਿਸਮਸ ਦਰਮਿਆਨ ਐਮਿਕਰੌਨ ਦਾ ਡਰ, ਦੇਸ਼ ਦੇ ਵਿੱਚ ਹੁਣ ਤੱਕ 415 ਮਾਮਲੇ ਦਰਜ। ਪੀਐਮ ਮੋਦੀ ਨੇ ਜਨਮ ਦਿਨ ਮੌਕੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ। ਕਿਹਾ ਉਹਨਾਂ ਦੀ ਦੇਸ਼ ਸੇਵਾ ਸਾਡੇ ਸਭ ਦੇ ਲਈ ਪ੍ਰੇਰਨਾ ਸਰੋਤ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਅਮਰੀਕਾ 31 ਦਸੰਬਰ ਤੋਂ 8 ਅਫਰੀਕੀ ਦੇਸ਼ਾਂ ਤੋਂ ਯਾਤਰਾ ਤੇ ਲੱਗੀ ਪਾਬੰਦੀ ਹਟਾ ਦੇਵੇਗਾ। ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਦੇ ਐਮਿਕਰੌਨ ਵੇਰੀਐਂਟ ਦੇ ਕਹਿਰ ਨੂੰ ਰੋਕਣ ਦੇ ਲਈ ਅਮਰੀਕਾ ਨੇ ਪਿਛਲੇ ਮਹੀਨੇ ਇਹਨਾਂ ਦੇ ਕਈ ਦੇਸ਼ਾਂ ਦੀ ਯਾਤਰਾ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਪਾਬੰਦੀ ਲਗਾਉਣ ਦਾ ਐਲਾਨ 29 ਨਵੰਬਰ ਨੂੰ ਕੀਤਾ ਗਿਆ। ਇਸ ਦੇ ਤਹਿਤ ਲਗਭਗ ਸਾਰੇ ਗੈਰ ਅਮਰੀਕੀ ਨਾਗਰਿਕਾਂ ਦੀ ਯਾਤਰਾ ਪਾਬੰਦੀਸ਼ੁਦਾ ਕਰ ਦਿੱਤੀ, ਜੋ ਕਿ ਹਾਲ ਹੀ ਦੇ ਵਿੱਚ ਦੱਖਣੀ ਅਫਰੀਕਾ, ਬੋਤਸਵਾਨਾ, ਜ਼ਿੰਬਾਬਵੇ, ਨਾਮੀਬੀਆ, ਲੋਸੋਥੋ, ਇਸਤਾਵਨੀ, ਮੋਜ਼ਾਂਬਿਕ ਅਤੇ ਮਲਾਵੀ ਦੇ ਵਿੱਚ ਸਨ। ਵਾਈਟ ਹਾਊਸ ਦੇ ਬੁਲਾਰੇ ਕੇਵਿਨ ਮੁਨੋਜ਼ ਨੇ ਟਵਿੱਟਰ ਤੇ ਕਿਹਾ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਇਸ ਫੈਸਲੇ ਦੀ ਸਿਫਾਰਿਸ਼ ਕੀਤੀ ਸੀ। ਮੁਨੋਜ਼ ਨੇ ਕਿਹਾ ਕਿ ਅਸਥਾਈ ਯਾਤਰਾ ਪਾਬੰਦੀਆਂ ਨੇ ਵਿਗਿਆਨੀਆਂ ਨੂੰ ਵਾਇਰਸ ਦੇ ਨਵੇਂ ਵੇਰੀਐਂਟ ਦਾ ਅਧਿਐਨ ਕਰਨ ਦੇ ਲਈ ਲੋੜੀਂਦਾ ਸਮਾਂ ਦਿੱਤਾ ਅਤੇ ਸਿੱਟਾ ਕੱਢਿਆ ਕਿ ਮੌਜੂਦਾ ਟੀਕਾਕਰਨ ਇਸ ਦੇ ਅਸਰ ਨੂੰ ਰੋਕਣ ਦੇ ਵਿੱਚ ਪ੍ਰਭਾਵੀ ਹੈ। ਅਮਰੀਕਾ ਦੇ ਵਿੱਚ ਐਮਿਕਰੌਨ ਵੇਰੀਐਂਟ ਦਾ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਤੇ ਟੀਕਾ ਲਗਵਾ ਚੁੱਕੇ ਲੋਕ ਵੀ ਇਨਫੈਕਟਡ ਹੋ ਰਹੇ ਨੇ। ਹਾਲਾਂਕਿ ਹਸਪਤਾਲਾਂ ਦੇ ਵਿੱਚ ਜ਼ਿਆਦਾ ਅਜਿਹੇ ਲੋਕ ਨੇ ਜਿਨ੍ਹਾਂ ਨੇ ਟੀਕੇ ਦੀ ਖੁਰਾਕ ਨਹੀਂ ਲਈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੰਘੀ ਬੈਂਚ ਦੇ ਲਈ ਇਸ ਸਾਲ 2 ਹੋਰ ਜੱਜਾਂ ਨੂੰ ਨਾਮਜ਼ਦ ਕੀਤਾ। ਇਸ ਦੇ ਨਾਲ ਹੀ ਬਾਈਡਨ ਦੇ ਕਾਰਜਕਾਲ ਦੇ ਪਹਿਲੇ ਸਾਲ ਦੇ ਵਿੱਚ ਹੁਣ ਤੱਕ 40 ਜੱਜਾਂ ਦੀ ਪੁਸ਼ਟੀ ਹੋ ਚੁੱਕੀ ਹੈ। ਵਾਈਟ ਹਾਊਸ ਦੇ ਮੁਤਾਬਕ ਇਹਨਾਂ 2 ਜੱਜਾਂ ਦੀ ਨਾਮਜ਼ਦਗੀ ਦੇ ਨਾਲ ਬਾਈਡਨ ਨੇ ਹੁਣ ਤੱਕ 75 ਸੰਘੀ ਜੱਜਾਂ ਨੂੰ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੇ ਮੁਤਾਬਕ ਹੁਣ ਤੱਕ ਪੁਸ਼ਟੀ ਕੀਤੇ ਗਏ 40 ਜੱਜਾਂ ਦੇ ਵਿੱਚੋਂ 80% ਔਰਤਾਂ ਤੇ 53% ਗੈਰ ਗੋਰੇ ਵਿਅਕਤੀ ਨੇ। ਬਾਈਡਨ ਨੇ ਨੈਂਸੀ ਗਬਾਨਾ ਅਬੂਦੂ ਨੂੰ ਦੱਖਣ ਦੇ ਵਿੱਚ 11ਵੇਂ ਸਕ੍ਰਿਟ ਦੇ ਵਿੱਚ ਯੂਐਸ ਕੋਰਟ ਆਫ ਅਪੀਲਸ ਦੇ ਲਈ ਨਾਮਜ਼ਦ ਕੀਤਾ ਅਤੇ ਉਸ ਅਦਾਲਤ ਦੇ ਵਿੱਚ ਹੁਣ ਤੱਕ ਦੀ ਪਹਿਲੀ ਗੈਰ ਗੋਰੀ ਮਹਿਲਾ ਜੱਜ ਹੋਵੇਗੀ। ਇਸ ਸਰਕਟ ਦੇ ਵਿੱਚ ਅਲਬਾਮਾ, ਜਾਰਜੀਆ ਅਤੇ ਫਲੋਰੀਡਾ ਆਉਂਦੇ ਨੇ, ਜਿੱਥੇ 45 ਲੱਖ ਗੈਰ ਗੋਰੇ ਰਹਿੰਦੇ ਨੇ। ਬਾਈਡਨ ਦੁਆਰਾ ਦਿੱਤੀ ਗਈ ਦੂਜੀ ਨਾਮਜ਼ਦਗੀ ਦੇ ਲਈ ਵੀ ਇੱਕ ਗੈਰ ਗੋਰੀ ਔਰਤ ਦੀ ਹੈ। ਉਹ ਜੇ ਮਿਸ਼ੇਲ ਚਾਈਲਡਸ ਹੈ, ਜੋ ਕਿ ਇਸ ਸਮੇਂ ਦੱਖਣੀ ਕੈਰੋਲੀਨਾ ਦੇ ਲਈ ਯੂਐਸ ਜ਼ਿਲ੍ਹਾ ਅਦਾਲਤ ਦੀ ਜੱਜ ਹੈ। ਉਸ ਨੂੰ ਡਿਸਟ੍ਰਿਕਟ ਆਫ ਕੋਲੰਬੀਆ ਸਟਰੀਟ ਦੇ ਲਈ ਯੂਐਸ ਕੋਰਟ ਆਫ ਅਪੀਲਸ ਦੇ ਲਈ ਨਾਮਜ਼ਦ ਕੀਤਾ ਗਿਆ। ਉਧਰ ਚੀਨ ਦੀ ਸਰਕਾਰ ਨੇ ਅਮਰੀਕਾ ਦੇ ਉਸ ਕਾਨੂੰਨ ਦੀ ਸ਼ੁੱਕਰਵਾਰ ਨੂੰ ਨਿੰਦਾ ਕੀਤੀ, ਜਿਸ ਦੇ ਵਿੱਚ ਸ਼ਿਨਜਿਆਂਗ ਸੂਬੇ ਦੇ ਵਿੱਚ ਉਈਗਰ ਮੁਸਲਮਾਨਾਂ ਤੋਂ ਬੰਧੂਆ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ਤੇ ਇਸ ਅਸਥਿਰ ਸੂਬੇ ਤੋਂ ਦਰਾਮਦ ਪਾਬੰਦੀ ਲਗਾਈ ਗਈ ਹੈ। ਉਸਨੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਅਤੇ ਉਸ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਲਾ ਦੱਸਿਆ। ਚੀਨ ਨੇ ਦੇਸ਼ ਦੇ ਉੱਤਰ ਪੱਛਮੀ ਖੇਤਰ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਘੱਟ ਗਿਣਤੀ ਅਤੇ ਜ਼ੁਲਮ ਕੀਤੇ ਜਾਣ ਦੀਆਂ ਸ਼ਿਕਾਇਤਾਂ ਦਾ ਖਾਰਜ ਵੀ ਕੀਤਾ ਅਤੇ ਉਸ ਨੂੰ ਝੂਠਾ ਵੀ ਕਰਾਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਇੱਕ ਬਿੱਲ ਤੇ ਦਸਤਖਤ ਕੀਤੇ, ਜਿਸ ਦੇ ਵਿੱਚ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਉਸ ਵੇਲੇ ਤੱਕ ਦੇ ਸਮਾਨ ਦੀ ਦਰਾਮਦ ਤੇ ਰੋਕ ਪ੍ਰਬੰਧ ਹੈ ਜਦ ਤੱਕ ਕਾਰੋਬਾਰੀ ਇਹ ਸਾਬਤ ਨਹੀਂ ਕਰਦੇ ਕਿ ਮਾਲ ਬਿਨਾਂ ਬੰਧੂਆ ਮਜ਼ਦੂਰਾਂ ਤੇ ਬਣਾਇਆ ਗਿਆ। ਚੀਨ ਤੇ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਤੋਂ ਉਈਗਰ ਮੁਸਲਮਾਨਾਂ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਇਸ ਨੂੰ ਸੱਚਾਈ ਅਤੇ ਤੱਥਾਂ ਨੂੰ ਅੰਨਾ ਕਰਕੇ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਵਿੱਚ ਮਨੁੱਖੀ ਅਧਿਕਾਰ ਸੰਬੰਧੀ ਹਾਲਾਤ ਨੂੰ ਖਰਾਬ ਢੰਗ ਦੇ ਨਾਲ ਕਲੰਕਿਤ ਕਰਨ ਦੀ ਕੋਸ਼ਿਸ਼ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਸੰਚਾਲਿਤ ਕਰਨ ਵਾਸਤੇ ਬੁਨਿਆਦੀ ਨਿਯਮਾਂ ਦੀ ਗੰਭੀਰ ਉਲੰਘਣਾ ਕਰਦਾ ਹੈ ਤੇ ਇਹ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਹੈ। ਵਿਦੇਸ਼ੀ ਸਰਕਾਰਾਂ ਤੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ 10 ਲੱਖ ਤੋਂ ਜ਼ਿਆਦਾ ਉਈਗਰ ਅਤੇ ਹੋਰ ਘੱਟ ਗਿਣਤੀਆਂ ਨੂੰ ਚੀਨ ਦੇ ਉੱਤਰ ਪੱਛਮੀ ਸ਼ਿਨਜਿਆਂਗ ਦੇ ਵਿੱਚ ਕੈਂਪਾਂ ਦੇ ਵਿੱਚ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਚੀਨ ਦੇ ਅਧਿਕਾਰਾਂ ਤੇ ਜ਼ਬਰਦਸਤੀ ਗਰਭਪਾਤ, ਬੰਧੂਆ ਮਜ਼ਦੂਰੀ ਵਰਗੇ ਦੋਸ਼ ਵੀ ਲੱਗਦੇ ਰਹੇ ਹਨ। ਹਾਲਾਂਕਿ ਚੀਨ ਦੇ ਅਧਿਕਾਰੀਆਂ ਦਾ ਇਹਨਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਹੋਇਆਂ ਇਹ ਕਹਿਣਾ ਹੈ ਕਿ ਇਹ ਕੈਂਪ ਰੋਜ਼ਗਾਰ ਦੇ ਲਈ, ਸਿਖਲਾਈ ਅਤੇ ਕੱਟੜਪੰਥ ਨੂੰ ਰੋਕਣ ਦੇ ਲਈ ਲਗਾਏ ਗਏ ਨੇ। ਉਧਰ ontario ਹੈਲਥ ਅਧਿਕਾਰੀਆਂ ਦੇ ਵੱਲੋਂ ਕੋਵਿਡ-19 ਦੇ 9500 ਤੋਂ ਵੀ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇੱਕ ਦਿਨ ਦੇ ਵਿੱਚ ਰਿਕਾਰਡ ਕੀਤੇ ਗਏ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ।
ਹੈਲਥ ਅਧਿਕਾਰੀਆਂ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਨੋਵਲ ਕੋਰੋਨਾ ਵਾਇਰਸ ਦੇ 9571 ਮਾਮਲੇ ਸਾਹਮਣੇ ਆਏ, ਜੋ ਕਿ ਕੱਲ ਦਰਜ ਕੀਤੇ ਗਏ ਰਿਕਾਰਡ ਤੋੜ 5790 ਤੋਂ ਕਿਤੇ ਜ਼ਿਆਦਾ ਨੇ। ਪਿਛਲੇ ਹਫ਼ਤੇ ਤੋਂ ਲੈ ਕੇ ਇਸ ਸਮੇਂ ਓਨਟਾਰੀਓ ਦੀ 7 ਦਿਨ ਦੀ ਕੋਵਿਡ-19 ਕੇਸਾਂ ਦੀ ਔਸਤ 1914 ਤੋਂ ਵੱਧ ਕੇ 4922 ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 72639 ਟੈਸਟ ਕੀਤੇ ਗਏ ਨੇ। ਸਿਹਤ ਮੰਤਰਾਲੇ ਨੇ ਵੀ ਦੱਸਿਆ ਕਿ ਪ੍ਰੋਵਿੰਸ ਦੀ ਪੋਜ਼ਿਟਿਵਿਟੀ ਦਰ ਸ਼ੁੱਕਰਵਾਰ ਨੂੰ ਵੱਧ ਕੇ 18.7% ਹੋ ਗਈ ਹੈ, ਜਦਕਿ ਹੁਣ ਤੱਕ ਦੀ ਸਭ ਤੋਂ ਵੱਧ ਦਰ ਹੈ। ਅੱਜ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ ਦੇ ਵਿੱਚ 2146 ਮਾਮਲੇ ਉਹ ਹਨ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਸੀ ਕਰਵਾਈ, ਅੰਸ਼ਕ ਤੌਰ ਦੇ ਉੱਤੇ ਵੈਕਸੀਨੇਸ਼ਨ ਕਰਵਾਈ ਹੋਈ ਸੀ ਜਾਂ ਫਿਰ ਜਿਨ੍ਹਾਂ ਦੇ ਵੈਕਸੀਨੇਸ਼ਨ ਸਟੇਟਸ ਬਾਰੇ ਪਤਾ ਹੀ ਨਹੀਂ ਸੀ ਲੱਗਿਆ। 7425 ਇਨਫੈਕਸ਼ਨਸ ਉਹਨਾਂ ਦੇ ਵਿੱਚ ਪਾਈਆਂ ਗਈਆਂ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਟੀਕਾਕਰਨ ਕਰਵਾ ਚੁੱਕੇ ਨੇ। ਉਧਰ ਕੈਨੇਡਾ ਨੇ ਇਸ ਸਾਲ 2021 ਦੇ ਵਿੱਚ 4 ਲੱਖ ਤੋਂ ਵੱਧ ਸਥਾਈ ਵਸਨੀਕਾਂ ਦਾ ਸਵਾਗਤ ਕੀਤਾ, ਜੋ ਪਿਛਲੇ ਸਾਲ ਦੇ ਨਿਰਧਾਰਿਤ ਆਪਣੇ ਟੀਚੇ ਨੂੰ ਪ੍ਰਾਪਤ ਕਰਦਾ ਹੈ ਤੇ ਰਿਕਾਰਡ ਦੇ ਸਭ ਤੋਂ ਉੱਚੇ ਇਮੀਗ੍ਰੇਸ਼ਨ ਸਾਲ ਨੂੰ ਵੀ ਦਰਸਾਉਂਦਾ ਹੈ। ਵੀਰਵਾਰ ਨੂੰ ਫੈਡਰਲ ਸਰਕਾਰ ਨੇ ਮੀਲ ਪੱਥਰ ਦੀ ਘੋਸ਼ਣਾ ਕਰਦੇ ਹੋਇਆਂ ਕਿਹਾ ਕਿ ਮੌਜੂਦਾ ਮਹਾਮਾਰੀ ਦੇ ਬਾਵਜੂਦ ਰਿਕਾਰਡ ਇਮੀਗ੍ਰੇਸ਼ਨ ਉੱਚਤਮ ਟੀਚਾ ਹਾਸਲ ਕੀਤਾ। ਸਰਕਾਰ ਨੇ ਕਿਹਾ ਕਿ ਉਹ ਅਗਲੇ ਸਾਲ 41 ਲੱਖ ਨਵੇਂ ਸਥਾਈ ਵਸਨੀਕਾਂ ਨੂੰ ਜੁੜਨ ਦੀ ਵੀ ਉਮੀਦ ਕਰਦੇ ਨੇ। ਬੰਦ ਸਰਹੱਦਾਂ ਦੇ ਕਾਰਨ ਕੈਨੇਡਾ ਨੇ ਪਿਛਲੇ ਸਾਲ ਇਮੀਗ੍ਰੇਸ਼ਨ ਰਣਨੀਤੀਆਂ ਨੂੰ ਵੀ ਬਦਲਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਅਸਥਾਈ ਵਸਨੀਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਪਹਿਲਾਂ ਹੀ ਦੇਸ਼ ਦੇ ਵਿੱਚ ਨੇ, ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਿਦੇਸ਼ੀ ਕਰਮਚਾਰੀ। ਇਮੀਗ੍ਰੇਸ਼ਨ ਮੰਤਰੀ ਸਿਨ ਫਰੇਜ਼ਰ ਨੇ ਬਿਆਨ ਦੇ ਵਿੱਚ ਕਿਹਾ ਕਿ ਜਿਵੇਂ ਕਿ ਅਸੀਂ ਮਹਾਮਾਰੀ ਦੇ ਨਾਲ ਸੰਘਰਸ਼ ਕਰਨਾ ਜਾਰੀ ਰੱਖਦੇ ਹਾਂ, ਅਸੀਂ ਆਪਣੀਆਂ ਸਰਹੱਦਾਂ ਦੇ ਅੰਦਰ ਪਹਿਲਾਂ ਤੋਂ ਹੀ ਪ੍ਰਤਿਭਾ ਦਾ ਵੱਧ ਤੋਂ ਵੱਧ ਲਾਭ ਉਠਾਇਆ। ਇਸ ਢੰਗ ਨੇ ਕੰਮ ਕੀਤਾ। ਦੇਸ਼ ਨੇ ਇੱਕ ਸਾਲ ਦੇ ਵਿੱਚ ਸਭ ਤੋਂ ਵੱਧ ਨਵੇਂ ਆਉਣ ਵਾਲੇ ਲੋਕਾਂ ਦੀ ਪਹੁੰਚ ਕੀਤੀ ਅਤੇ 1913 ਦੇ ਪੁਰਾਣੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਗੌਰਤਲਬ ਹੈ ਕਿ ਕੈਨੇਡਾ ਆਰਥਿਕ ਵਿਕਾਸ ਦੇ ਲਈ ਅੰਤਰਰਾਸ਼ਟਰੀ ਪ੍ਰਵਾਸ ਤੇ ਬਹੁਤ ਜ਼ਿਆਦਾ ਨਿਰਭਰ ਹੈ। ਵਿਦੇਸ਼ੀ ਮੂਲ ਦੇ ਕਾਮਿਆਂ ਨੇ ਉੱਚ ਪ੍ਰਵਾਹ ਨੇ ਹਾਲ ਹੀ ਦੇ ਵਿੱਚ ਮਹੀਨਿਆਂ ਦੇ ਵਿੱਚ ਕੀਰਤ ਦੇ ਦਬਾਅ ਨੂੰ ਘੱਟ ਕਰਨ ਦੇ ਵਿੱਚ ਵੀ ਮਦਦ ਕੀਤੀ। ਅਜਿਹੇ ਸਮੇਂ ਦੇ ਵਿੱਚ ਜਦੋਂ ਮਹਿੰਗਾਈ ਵੱਧ ਰਹੀ ਹੈ। ਪਿਛਲੇ ਮਹੀਨੇ ਇੱਕ ਇੰਟਰਵਿਊ ਦੇ ਵਿੱਚ ਫਰੇਜ਼ਰ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਵੀ ਤਿਆਰ ਹਨ, ਪਰ ਇਸ ਤੋਂ ਪਹਿਲਾਂ ਉਹ ਕੀਰਤ ਦੀ ਘਾਟ ਨੂੰ ਪੂਰਾ ਕਰਨਾ ਜ਼ਰੂਰੀ ਸਮਝਦੇ ਨੇ। ਅਗਲੇ ਕੁਝ ਸਾਲਾਂ ਦੇ ਇਮੀਗ੍ਰੇਸ਼ਨ ਟੀਚਿਆਂ ਨੂੰ ਫਰਵਰੀ ਦੇ ਅੱਧ ਤੱਕ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਉਧਰ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਦੇ ਵਿੱਚ ਕੋਵਿਡ-19 ਦੇ 5790 ਮਾਮਲੇ ਸਾਹਮਣੇ ਆਏ ਨੇ, ਜੋ ਕਿ ਇੱਕ ਦਿਨ ਦੇ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਸੰਕਰਮਣ ਦਾ ਰਿਕਾਰਡ ਹੈ। ਸਮਾਚਾਰ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਵੀਰਵਾਰ ਦੇ ਕੇਸਾਂ ਦੇ ਨਾਲ ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਕੁੱਲ ਸੰਖਿਆ 6,67,353 ਹੋ ਚੁੱਕੀ ਹੈ, ਜਿਸ ਦੇ ਵਿੱਚ 10,140 ਮੌਤਾਂ ਸ਼ਾਮਲ ਨੇ। ਇਹਨਾਂ ਸੂਬਿਆਂ ਦੇ ਵਿੱਚ ਮੰਗਲਵਾਰ ਨੂੰ 3453 ਨਵੇਂ ਮਾਮਲੇ ਤੇ ਬੁੱਧਵਾਰ ਨੂੰ 4383 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਓਨਟਾਰੀਓ ਦੀ 7 ਦਿਨਾਂ ਦੀ ਰੋਲਿੰਗ ਔਸਤ ਵੱਧ ਕੇ 4001 ਹੋ ਚੁੱਕੀ ਹੈ, ਜਦਕਿ ਪਿਛਲੇ ਹਫ਼ਤੇ 1674 ਸੀ। ਓਨਟਾਰੀਓ ਸਰਕਾਰ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 68191 ਟੈਸਟਾਂ ਦੀ ਪ੍ਰਕਿਰਿਆ ਦੇ ਨਾਲ ਸੂਬੇ ਦੀ ਸਕਾਰਾਤਮਕਤਾ ਦਰ ਵੀਰਵਾਰ ਨੂੰ ਵੱਧ ਕੇ 16% ਹੋ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਹੈ। ਵੀਰਵਾਰ ਨੂੰ ਨਵੇਂ ਕੇਸਾਂ ਦੇ ਵਿੱਚ 1398 ਕੇਸਾਂ ਦੇ ਵਿੱਚ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ, ਅੰਸ਼ਕ ਤੌਰ ਤੇ ਟੀਕਾਕਰਨ ਕੀਤਾ ਗਿਆ ਜਾਂ ਫਿਰ ਉਹਨਾਂ ਦੀ ਟੀਕਾਕਰਨ ਸਥਿਤੀ ਹਜੇ ਵੀ ਅਣਜਾਣ ਹੈ। ਬਾਕੀ ਬਚੇ 4392 ਸੰਕਰਮਣ ਦੇ ਵਿੱਚ ਉਹ ਲੋਕ ਸ਼ਾਮਲ ਨੇ ਜੋ ਪੂਰੀ ਤਰ੍ਹਾਂ ਦੇ ਨਾਲ ਟੀਕਾਕਰਨ ਕਰਵਾ ਚੁੱਕੇ ਨੇ। ਰਿਪੋਰਟ ਕੀਤੇ ਗਏ 5790 ਕੇਸਾਂ ਦੇ ਵਿੱਚੋਂ 637 ਕੇਸਾਂ ਦੀ ਪਹਿਚਾਣ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਕੀਤੀ ਗਈ। 560 ਕੇਸ 12 ਤੋਂ 19 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ 20 ਤੋਂ 39 ਸਾਲ ਦੀ ਉਮਰ ਤੱਕ ਦੇ ਲੋਕਾਂ ਦੇ ਵਿੱਚ 2662 ਕੇਸਾਂ ਦੀ ਪਛਾਣ ਕੀਤੀ ਗਈ। ਸੂਬੇ ਭਰ ਦੇ ਸਕੂਲਾਂ ਦੇ ਵਿੱਚ ਇੱਕ ਵਾਧੂ 90 ਲਾਗਾਂ ਦੀ ਰਿਪੋਰਟ ਕੀਤੀ ਗਈ ਸੀ, ਜਿਸ ਦੇ ਵਿੱਚ 71 ਵਿਦਿਆਰਥੀ ਤੇ 20 ਸਟਾਫ ਮੈਂਬਰ ਸ਼ਾਮਲ ਨੇ। ਸੂਬੇ ਦੇ 4844 ਸਕੂਲਾਂ ਦੇ ਵਿੱਚ ਤਕਰੀਬਨ 1151 ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਪੁਸ਼ਟੀ ਹੋਈ ਤੇ ਨਤੀਜੇ ਦੇ ਵਜੋਂ 21 ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ। ਓਨਟਾਰੀਓ ਦੇ ਵਿੱਚ 26 ਦਸੰਬਰ ਤੋਂ ਇੱਕ ਸਖਤ ਸੂਬਾ ਵਿਆਪੀ ਤਾਲਾਬੰਦੀ ਲਾਗੂ ਹੋਵੇਗੀ, ਜੋ ਕਿ ਲਗਭਗ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਕਰੇਗੀ। ਓਨਟਾਰੀਓ ਸਰਕਾਰ ਦੇ ਮੁਤਾਬਕ ਤਾਲਾਬੰਦੀ ਸਵੇਰੇ 12 ਵਜੇ ਸ਼ੁਰੂ ਹੋਏਗੀ ਤੇ 23 ਜਨਵਰੀ 2022 ਤੱਕ ਲਾਗੂ ਰਹੇਗੀ। ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ ਥੈਰੇਸਾ ਟੈਬ ਨੇ ਜ਼ੋਰ ਦਿੱਤਾ ਕਿ ਨਵੇਂ ਐਮੀਕ੍ਰੌਨ ਵੇਰੀਐਂਟ ਦੇ ਤੇਜ਼ੀ ਦੇ ਨਾਲ ਫੈਲਣ ਦੇ ਕਾਰਨ ਜਨਵਰੀ ਦੇ ਸ਼ੁਰੂ ਤੱਕ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਸ਼ੁੱਕਰਵਾਰ ਸਵੇਰ ਤੱਕ ਕੈਨੇਡਾ ਦਾ ਸਮੁੱਚਾ ਕੋਵਿਡ ਕੇਸ ਲੋਡ 30,131 ਕੇਸਾਂ ਨਾਲੋਂ ਵੱਧ ਕੇ 19,45,754 ਹੋ ਗਿਆ। ਉਧਰ ਭਾਰਤ ਦੀ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਅਧੀਨ ਉੱਤਰਾਖੰਡ ਤੇ ਮਹਾਰਾਸ਼ਟਰ ਸਮੇਤ 5 ਸੂਬਿਆਂ ਦੇ ਵਿੱਚ 1.07 ਲੱਖ ਘਰਾਂ ਦੇ ਨਿਰਮਾਣ ਦੇ ਲਈ ਯੋਜਨਾ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ। ਆਵਾਸ ਅਤੇ ਸ਼ਹਿਰੀ ਮੰਤਰਾਲਿਆ ਦੇ ਮਾਮਲੇ ਦੇ ਵਿੱਚ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੀ ਕੇਂਦਰੀ ਪ੍ਰਵਾਨਗੀ ਤੇ ਨਿਗਰਾਨੀ ਕਮੇਟੀ ਦੀ 57ਵੀਂ ਬੈਠਕ ਦੇ ਵਿੱਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੌਂਡੀਚੇਰੀ ਅਤੇ ਉੱਤਰਾਖੰਡ ਦੇ ਵਿੱਚ 1.07 ਲੱਖ ਘਰਾਂ ਦੀ ਉਸਾਰੀ ਨੂੰ ਲੈ ਕੇ ਯੋਜਨਾ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਬਾਰੇ ਮੰਤਰਾਲੇ ਦੇ ਵੱਲੋਂ ਸ਼ੁੱਕਰਵਾਰ ਜਾਰੀ ਇੱਕ ਬਿਆਨ ਦੇ ਮੁਤਾਬਕ ਮੰਤਰਾਲੇ ਦੇ ਸਕੱਤਰ ਨੇ ਦੂਜੇ ਸੂਬਿਆਂ ਦੇ ਵਿੱਚ ਮੰਤਰਾਲਿਆਂ ਦੇ ਕੰਮਾਂ ਤੇ ਅਮਲ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਮਿਸ਼ਨ ਅਧੀਨ ਪ੍ਰਵਾਨਿਤ ਘਰਾਂ ਦੀ ਕੁੱਲ ਗਿਣਤੀ ਹੁਣ 1.14 ਕਰੋੜ ਹੈ। ਇਹਨਾਂ ਦੇ ਵਿੱਚੋਂ ਲਗਭਗ 91 ਲੱਖ ਦੀ ਉਸਾਰੀ ਹੋ ਰਹੀ ਹੈ। 53 ਲੱਖ ਤੋਂ ਵੱਧ ਘਰਾਂ ਨੂੰ ਮੁਕੰਮਲ ਕਰਕੇ ਲਾਭ ਹਾਸਲ ਕਰਨ ਵਾਲਿਆਂ ਨੂੰ ਦਿੱਤਾ ਜਾ ਚੁੱਕਿਆ ਹੈ। ਮਿਸ਼ਨ ਅਧੀਨ ਕੁੱਲ ਨਿਵੇਸ਼ 7.52 ਲੱਖ ਕਰੋੜ ਰੁਪਏ ਹੈ। ਇਸ ਦੇ ਵਿੱਚ 1.85 ਲੱਖ ਕਰੋੜ ਰੁਪਏ ਦੀ ਕੇਂਦਰੀ ਮਦਦ ਵੀ ਸ਼ਾਮਲ ਹੈ। ਉਧਰ ਗਿੱਦੜਬਾਹਾ ਦੇ ਵਿਧਾਇਕ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਪਹੁੰਚ ਗਏ। ਬੀਤੇ ਦਿਨੀ ਰਾਜਾ ਵੜਿੰਗ ਕੇਜਰੀਵਾਲ ਨੂੰ ਮਿਲਣ ਦੇ ਲਈ ਦਿੱਲੀ ਵਿਖੇ ਕੇਜਰੀਵਾਲ ਦੀ ਰਿਹਾਇਸ਼ ਤੇ ਪਹੁੰਚ ਗਏ ਸਨ, ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਕੇਜਰੀਵਾਲ ਪੰਜਾਬ ਦੌਰੇ ਤੇ ਆਏ ਹੋਏ ਨੇ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਅੱਜ ਰਾਜਾ ਵੜਿੰਗ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਪਹੁੰਚ ਗਏ, ਜਿੱਥੇ ਉਹ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਰਾਜਾ ਵੜਿੰਗ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਦਾ ਸਮਾਂ ਮੰਗ ਰਹੇ ਨੇ। ਇਸ ਸੰਬੰਧ ਦੇ ਵਿੱਚ ਬੋਲਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਪੀਆਰਟੀਸੀ ਬੱਸਾਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਆਏ ਨੇ। ਉਹਨਾਂ ਨੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਮੈਂ ਅਰਵਿੰਦ ਕੇਜਰੀਵਾਲ ਨੂੰ 13 ਚਿੱਠੀਆਂ ਵੀ ਲਿਖ ਚੁੱਕੀ ਹਾਂ। ਚਿੱਠੀਆਂ ਲਿਖਣ ਦੇ ਬਾਵਜੂਦ ਉਹ ਮੈਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਕੇਜਰੀਵਾਲ ਤੇ ਹਮਲਾ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਵਰਗਾ ਹੰਕਾਰੀ ਮੁੱਖ ਮੰਤਰੀ ਮੈਂ ਕਦੇ ਵੀ ਨਹੀਂ ਵੇਖਿਆ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਦੇ 에ਅਰਪੋਰਟ ਤੱਕ ਸਿਰਫ ਬਾਦਲਾਂ ਦੀਆਂ ਬੱਸਾਂ ਜਾਂਦੀਆਂ ਨੇ, ਸਾਡੀਆਂ ਬੱਸਾਂ ਨੂੰ ਦਿੱਲੀ ਦੇ 에ਅਰਪੋਰਟ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ। ਰਾਜਾ ਵੜਿੰਗ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਮੇਰਾ ਹੰਗਾਮਾ ਕਰਨ ਦਾ ਕੋਈ ਮਕਸਦ ਨਹੀਂ, ਸਗੋਂ ਮੇਰਾ ਮੁੱਖ ਉਦੇਸ਼ ਪੰਜਾਬ ਦੀ ਭਲਾਈ ਕਰਨਾ ਹੈ। ਇਸ ਲਈ ਉਹ ਵਾਰ-ਵਾਰ ਕੇਜਰੀਵਾਲ ਤੋਂ ਮੁਲਾਕਾਤ ਕਰਨ ਦਾ ਵੀ ਸਮਾਂ ਮੰਗ ਰਹੇ ਨੇ। ਉਧਰ ਜੰਮੂ ਕਸ਼ਮੀਰ ਦੇ ਸ਼ੋਪੀਆ ਦੇ ਵਿੱਚ ਸੀਮਾ ਸੁਰੱਖਿਆ ਬਲਾਂ ਤੇ ਆਤੰਕਵਾਦੀਆਂ ਦੇ ਵਿੱਚ ਐਨਕਾਊਂਟਰ ਸ਼ੁਰੂ ਹੋ ਗਿਆ। ਦੋਵੇਂ ਪਾਸੇ ਫਾਇਰਿੰਗ ਜਾਰੀ ਹੈ। ਫੌਜ ਨੂੰ ਚੌਗਾਮ ਇਲਾਕੇ ਦੇ ਵਿੱਚ ਦਹਿਸ਼ਤਗਰਦਾਂ ਦੇ ਲੁਕੇ ਹੋਏ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਸੁਰੱਖਿਆ ਬਲਾਂ ਨੇ ਆਤੰਕਵਾਦੀਆਂ ਨੂੰ ਹਥਿਆਰ ਸੁੱਟਣ ਦੇ ਲਈ ਕਿਹਾ, ਪਰ ਉਹ ਲਗਾਤਾਰ ਗੋਲੀਬਾਰੀ ਕਰਦੇ ਰਹੇ। ਇਸ ਦੌਰਾਨ ਸੁਰੱਖਿਆ ਬਲਾਂ ਨੇ 2 ਆਤੰਕਵਾਦੀਆਂ ਨੂੰ ਢੇਰ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਮੁੱਠਭੇੜ ਦੇ ਵਿੱਚ ਐਸਓਜੀ ਦੇ ਜਵਾਨਾਂ ਤੋਂ ਇਲਾਵਾ ਫੌਜ ਦੀ 44ਵੀਂ ਆਰਆਰ ਦੇ ਜਵਾਨ ਵੀ ਸ਼ਾਮਲ ਨੇ। ਆਤੰਕਵਾਦੀਆਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਮੁੱਠਭੇੜ ਵਾਲੀ ਥਾਂ ਤੇ 2 ਆਤੰਕਵਾਦੀਆਂ ਦੇ ਲੁਕੇ ਹੋਣ ਦੀ ਵੀ ਸੂਚਨਾ ਹੈ। ਗੌਰਤਲਬ ਹੈ ਕਿ ਦੱਖਣ ਕਸ਼ਮੀਰ ਦੇ ਹੀ ਜ਼ਿਲ੍ਹਾ ਅਨੰਤਨਾਗ ਤੇ ਕੁਲਗਾਮ ਦੇ ਵਿੱਚ 1 ਸਾਲ ਵਿੱਚ ਭਾਜਪਾ ਦੇ 5 ਵਰਕਰਾਂ ਤੇ 1 ਪੁਲਿਸ ਇੰਸਪੈਕਟਰ ਦੀ ਹੱਤਿਆ ਵਿੱਚ ਵੀ ਸ਼ਾਮਲ ਹਿਜ਼ਬੁਲ ਮੁਜਾਹਿਦੀਨ ਦੇ ਮਸ਼ਹੂਰ ਆਤੰਕਵਾਦੀ ਸ਼ਹਿਜ਼ਾਦ ਅਹਿਮਦ ਸ਼ੇਖ ਨੂੰ ਸੁਰੱਖਿਆ ਬਲਾਂ ਨੇ ਪਿਛਲੇ ਸ਼ੁੱਕਰਵਾਰ ਸਵੇਰੇ ਬਿਜੜ ਬਿਹਾੜਾ ਮੁੱਠਭੇੜ ਦੇ ਵਿੱਚ ਮਾਰ ਗਿਰਾਇਆ ਸੀ। ਸ਼ਹਿਜ਼ਾਦ ਹੀ ਸ਼੍ਰੇਣੀ ਦਾ ਆਤੰਕਵਾਦੀ ਸੀ ਤੇ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਉਸ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਇਆਂ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਮੁਬਾਰਕਬਾਦ ਵੀ ਦਿੱਤੀ ਸੀ। ਉਧਰ ਭਾਰਤ ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਐਮਿਕਰੌਨ ਦਾ ਕਹਿਰ ਜਾਰੀ ਹੈ। ਕ੍ਰਿਸਮਸ ਦੇ ਜਸ਼ਨ ਦੇ ਦਰਮਿਆਨ ਐਮਿਕਰੌਨ ਦਾ ਡਰ ਬਣਿਆ ਹੋਇਆ। ਦੱਸਣਯੋਗ ਹੈ ਕਿ ਹੁਣ ਤੱਕ ਐਮਿਕਰੌਨ ਦੇ ਕੁੱਲ ਮਾਮਲੇ ਵੱਧ ਕੇ ਹੁਣ 415 ਹੋ ਚੁੱਕੇ ਨੇ। ਇੱਕ ਦਿਨ ਦੇ ਵਿੱਚ ਐਮਿਕਰੌਨ ਦੇ ਮਾਮਲੇ ਦੇ ਵਿੱਚ 16% ਦੀ ਵਾਧਾ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਐਮਿਕਰੌਨ ਮਰੀਜ਼ਾਂ ਦੀ ਕੁੱਲ ਗਿਣਤੀ 358 ਸੀ, ਜੋ ਕਿ ਅੱਜ ਸ਼ਨੀਵਾਰ ਵੱਧ ਕੇ 415 ਹੋ ਚੁੱਕੀ ਹੈ। ਉੱਥੇ ਹੀ ਕੁੱਲ ਮਾਮਲਿਆਂ ਦੇ ਵਿੱਚੋਂ 115 ਮਰੀਜ਼ ਠੀਕ ਹੋ ਚੁੱਕੇ ਨੇ। ਇੱਕ ਦਿਨ ਦੇ ਵਿੱਚ ਸਿਰਫ ਇੱਕ ਹੀ ਮਰੀਜ਼ ਠੀਕ ਹੋਇਆ, ਯਾਨੀ ਕਿ ਸੰਕਰਮਣ ਦੀ ਰਫ਼ਤਾਰ ਬਹੁਤ ਤੇਜ਼ ਹੈ, ਜਦਕਿ ਇਸ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਰਫ਼ਤਾਰ ਬਹੁਤ ਹੌਲੀ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ 7199 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ। ਇਸ ਦੌਰਾਨ 387 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 7286 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਨੇ। ਪੂਰੀ ਦੁਨੀਆ ਦੇ ਵਿੱਚ ਐਮਿਕਰੌਨ ਇੱਕ ਮਹੀਨੇ ਦੇ ਵਿੱਚ 108 ਦੇਸ਼ਾਂ ਤੱਕ ਫੈਲ ਚੁੱਕਿਆ ਹੈ। ਇਸ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਇਸ ਐਮਿਕਰੌਨ ਨੇ ਦੁਨੀਆ ਦੇ ਵਿੱਚ ਹੁਣ ਤੱਕ 1,52,368 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਨਾਲ ਹੀ ਨਾਲ ਇਸ ਦੇ ਨਾਲ 26 ਲੋਕਾਂ ਦੀ ਮੌਤ ਹੋਈ ਹੈ। ਐਮਿਕਰੌਨ ਦਾ ਪਹਿਲਾ ਮਾਮਲਾ 24 ਨਵੰਬਰ ਨੂੰ ਦੱਖਣੀ ਅਫਰੀਕਾ ਦੇ ਵਿੱਚ ਦਰਜ ਕੀਤਾ ਗਿਆ ਸੀ। ਉਧਰ ਅੱਜ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿੱਲੀ ਦੇ ਸदैव ਅਟਲ ਸਮ੍ਰਿਤੀ ਸਥਲ ਤੇ ਪਹੁੰਚੇ। ਪ੍ਰਧਾਨ ਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਨੇਤਾਵਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੀ ਜਯੰਤੀ ਤੇ ਸ਼ਰਧਾਂਜਲੀ ਦਿੰਦੇ ਹੋਇਆ ਕਿਹਾ ਸੀ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਭਾਰਤ ਨੂੰ ਮਜ਼ਬੂਤ ਅਤੇ ਵਿਕਸਿਤ ਬਣਾਉਣ ਦੇ ਲਈ ਸਮਰਪਿਤ ਕਰ ਦਿੱਤਾ। ਪੀਐਮ ਮੋਦੀ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ ਸਤਿਕਾਰਯੋਗ ਅਟਲ ਜੀ ਨੂੰ ਉਹਨਾਂ ਦੀ ਜਯੰਤੀ ਤੇ ਕੋਟ-ਕੋਟ ਪ੍ਰਣਾਮ। ਉਹਨਾਂ ਨੇ ਵਾਜਪਾਈ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਇਆ ਕਿਹਾ ਕਿ ਮੈਂ ਅਟਲ ਜੀ ਨੂੰ ਉਹਨਾਂ ਦੀ ਜਯੰਤੀ ਤੇ ਯਾਦ ਕਰ ਰਿਹਾ। ਦੇਸ਼ ਪ੍ਰਤੀ ਉਹਨਾਂ ਦੀ ਸੇਵਾ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਹੈ। ਉਹਨਾਂ ਨੇ ਭਾਰਤ ਨੂੰ ਮਜ਼ਬੂਤ ਅਤੇ ਵਿਕਸਿਤ ਬਣਾਉਣ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਹਨਾਂ ਦੇ ਰਾਹੀਂ ਕੀਤੇ ਗਏ ਵਿਕਾਸ ਕਾਰਜਾਂ ਨੇ ਲੱਖਾਂ ਭਾਰਤੀਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਤੁਹਾਨੂੰ ਦੱਸ ਦਈਏ ਕਿ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਫਲਤਾ ਤੇ ਸਿਖਰ ਤੇ ਲਿਜਾਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 90 ਦੇ ਦਹਾਕੇ ਦੇ ਵਿੱਚ ਉਹ ਪਾਰਟੀ ਦੇ ਮੁੱਖ ਚਿਹਰੇ ਵਜੋਂ ਉੱਭਰੇ ਸਨ ਅਤੇ ਪਹਿਲੀ ਵਾਰ ਕੇਂਦਰ ਦੇ ਵਿੱਚ ਭਾਜਪਾ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ। ਪ੍ਰਧਾਨ ਮੰਤਰੀ ਵਜੋਂ ਵਾਜਪਾਈ ਦੇ ਕਾਰਜਕਾਲ ਦੇ ਦੌਰਾਨ ਦੇਸ਼ ਵਿੱਚ ਉਦਾਰੀਕਰਨ ਉਤਸ਼ਾਹਿਤ ਕੀਤਾ ਗਿਆ ਤੇ ਬੁਨਿਆਦੀ ਢਾਂਚੇ ਅਤੇ ਵਿਕਾਸ ਨੂੰ ਵੀ ਗਤੀ ਮਿਲੀ ਸੀ।
ਉਧਰ ਭਾਰਤੀ ਕ੍ਰਿਕਟ ਦੇ ਸਰਵਸ਼੍ਰੇਸ਼ਠ ਗੇਂਦਬਾਜ਼ਾਂ ਦੇ ਵਿੱਚ ਸ਼ੁਮਾਰ ਹਰਭਜਨ ਸਿੰਘ ਨੂੰ 2015-16 ਦੇ ਵਿੱਚ ਲਗਾਤਾਰ ਚੰਗੇ ਪ੍ਰਦਰਸ਼ਨ ਦੇ ਬਾਅਦ ਵੀ ਰਾਸ਼ਟਰੀ ਟੀਮ ਦੇ ਵਿੱਚ ਜਗ੍ਹਾ ਨਾ ਮਿਲਣ ਦਾ ਥੋੜਾ ਮਲਾਲ ਹੈ, ਪਰ ਉਹਨਾਂ ਨੂੰ ਆਪਣੇ 23 ਸਾਲ ਦੇ ਕਰੀਅਰ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੈ। ਸੰਨਿਆਸ ਦੇ ਸਮੇਂ ਦੇ ਬਾਰੇ ਹਰਭਜਨ ਸਿੰਘ ਨੇ ਕਿਹਾ ਕਿ ਮੈਂ ਇਹ ਸਵੀਕਾਰ ਕਰਨਾ ਹੋਵੇਗਾ ਮੈਨੂੰ ਕਿ ਰਿਟਾਇਰਮੈਂਟ ਦੇ ਐਲਾਨ ਦਾ ਸਮਾਂ ਸਹੀ ਨਹੀਂ ਹੈ। ਮੈਂ ਕਾਫੀ ਦੇਰ ਕਰ ਦਿੱਤੀ ਹੈ। ਆਮ ਤੌਰ ਤੇ ਮੈਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸਮੇਂ ਦਾ ਪਾਬੰਦ ਰਿਹਾ। ਸ਼ਾਇਦ ਇਹੋ ਇੱਕ ਚੀਜ਼ ਹੈ ਕਿ ਜਿਸ ਦੇ ਵਿੱਚ ਮੈਂ ਦੇਰੀ ਕਰ ਦਿੱਤੀ। ਗੱਲ ਬਸ ਇੰਨੀ ਕੁ ਹੈ ਕਿ ਖੇਡ ਤੋਂ ਸੰਨਿਆਸ ਦੇ ਬਾਰੇ ਮੈਂ ਟਾਈਮਿੰਗ ਤੋਂ ਖੁੰਝ ਗਿਆ। ਹਰਭਜਨ ਨੂੰ ਇਸ ਗੱਲ ਦਾ ਮਲਾਲ ਹੈ ਕਿ 2015-16 ਦੇ ਵਿੱਚ ਜਦੋਂ ਉਹਨਾਂ ਨੇ ਸ਼ਾਨਦਾਰ ਲਹਿ ਦੇ ਵਿੱਚ ਸਨ ਤੇ ਉਦੋਂ ਉਹਨਾਂ ਨੂੰ ਰਾਸ਼ਟਰੀ ਟੀਮ ਦੇ ਵਿੱਚ ਜਗ੍ਹਾ ਨਹੀਂ ਸੀ ਮਿਲੀ, ਪਰ ਉਹਨਾਂ ਨੂੰ ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੈ। ਹਰਭਜਨ ਨੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਦੇਖਣ ਦੇ ਦੋ ਨਜ਼ਰੀਏ ਹੁੰਦੇ ਨੇ। ਜੇਕਰ ਮੈਂ ਜਲੰਧਰ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਮੁੰਡੇ ਦੇ ਤੌਰ ਤੇ ਖੁਦ ਨੂੰ ਦੇਖਾਂ ਤਾਂ ਜਿੱਥੋਂ ਮੈਂ ਸ਼ੁਰੂ ਕੀਤਾ, ਮੈਨੂੰ ਜੋ ਕਾਮਯਾਬੀ ਮਿਲੀ ਉਸ ਬਾਰੇ ਮੈਨੂੰ ਪਹਿਲਾਂ ਅੰਦਾਜ਼ਾ ਨਹੀਂ ਸੀ। ਮੈਂ ਸਿਰਫ ਰੱਬ ਦਾ ਸ਼ੁਕਰਾਨਾ ਕਰ ਸਕਦਾ ਹਾਂ। ਮੈਂ ਕ੍ਰਿਕਟ ਦੇ ਲਈ ਕਾਫੀ ਧੰਨਵਾਦੀ ਹਾਂ। ਜੇਕਰ ਦੂਜੇ ਤਰੀਕੇ ਤੋਂ ਦੇਖਾਂ ਤਾਂ ਇਹ ਇੱਕ ਇੰਜ ਹੁੰਦਾ ਤਾਂ ਕੀ ਹੁੰਦਾ ਵਾਲੀ ਗੱਲ ਹੋਵੇਗੀ। ਹਰਭਜਨ ਨੇ ਅੱਗੇ ਕਿਹਾ ਕਿ 5 ਸਾਲ ਪਹਿਲਾਂ ਜੋ ਹੋਇਆ ਉਸ ਨੂੰ ਲੈ ਕੇ ਪਛਤਾਵਾ ਕਰਨ ਦਾ ਕੋਈ ਮਤਲਬ ਨਹੀਂ ਹੈ। ਹਾਂ, ਮੈਂ ਕ੍ਰਿਕਟ ਦੇ ਮੈਦਾਨ ਤੋਂ ਸੰਨਿਆਸ ਲੈ ਸਕਦਾ ਸੀ। ਮੈਂ ਸ਼ਾਇਦ ਕੁਝ ਸਮਾਂ ਪਹਿਲਾਂ ਖੇਡ ਨੂੰ ਅਲਵਿਦਾ ਕਹਿ ਸਕਦਾ ਸੀ, ਪਰ ਮੈਨੂੰ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਜਦੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਜੋ ਮਿਲਿਆ ਹੈ ਉਸ ਸਮੇਂ ਤੋਂ ਕਿਤੇ ਜ਼ਿਆਦਾ ਹੈ ਜੋ ਮੈਂ ਨਹੀਂ ਕੀਤਾ। ਜੇਕਰ ਮੈਂ ਇਹ ਕਹਾਂ ਕਿ ਮੈਂ ਕਦੋਂ ਤੋਂ ਸ਼ੁਰੂ ਕੀਤਾ ਤਾਂ ਮਨ ਖਰਾਬ ਕਰਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ 7 ਦੇ ਨਾਲ।